हाँ जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿ ਜਿਹੜਾ ਅੱਧ ਜੁਲਾਈ ਤੋਂ ਸਮੱਸਿਆ ਆਈ ਸੀਗੀ ਝੋਨੇ ਦੇ ਖੇਤਾਂ ਦੇ ਵਿੱਚ ਬੂਟੇ ਮਧਰੇ ਰਹਿਣ ਦੀ, ਉਹਦੀ ਬਾਬਤ ਜਿਹੜਾ PAU ਲੁਧਿਆਣਾ ਵੱਲੋਂ ਖੋਜ ਕਰਕੇ ਵਿਸਥਾਰਤ ਜਾਣਕਾਰੀ ਦੇ ਦਿੱਤੀ ਗਈ ਆ। ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਕਿਉਂਕਿ ਆਪਾਂ ਨੂੰ ਇਸ ਸਾਲ ਅਤੇ ਅਗਲੇ ਸਾਲਾਂ ਦੇ ਵਿੱਚ ਵੀ ਇਹ ਸਾਵਧਾਨੀਆਂ ਅਤੇ ਇਹ ਖਿਆਲ ਆਪਾਂ ਨੂੰ ਫਸਲ ਦਾ ਰੱਖਣਾ ਪਊਗਾ। ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ, ਜਿਹੜੀ ਕਿ ਡਾਇਰੈਕਟਰ ਰਿਸਰਚ PAU ਲੁਧਿਆਣਾ ਡਾਕਟਰ ਅਜਮੇਰ ਸਿੰਘ ਢੱਟ ਜੀ ਵੱਲੋਂ ਜਾਣਕਾਰੀ ਵਿਸਥਾਰ ਸਹਿਤ ਸਾਂਝੀ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ 'ਚ ਜਿਵੇਂ ਬੈਕਟੀਰੀਆ ਜਾਂ ਉੱਲੀ ਰੋਗ ਕਾਫੀ ਝੋਨੇ ਦੀ ਫਸਲ 'ਚ ਆਪਣਾ ਪ੍ਰਭਾਵ ਪਾਉਂਦੇ ਆ, ਫਸਲ ਦਾ ਨੁਕਸਾਨ ਕਰਦੇ ਆ। ਇਸ ਸਾਲ ਵੀ ਜੁਲਾਈ ਦੇ ਵੱਧ ਵਿੱਚ ਜਿਵੇਂ ਤੁਹਾਡੇ ਨਾਲ ਪਹਿਲਾਂ ਜਾਣਕਾਰੀ ਮੈਂ ਸਾਂਝੀ ਕੀਤੀ ਕਿ ਇਹ ਝੋਨੇ ਦੇ ਬੂਟੇ ਛੋਟੇ ਰਹਿਣ ਦੀ, ਮਧਰੇ ਰਹਿਣ ਦੀ ਸਮੱਸਿਆ ਆਈ ਹੈ। ਜਿਹੜੇ ਜ਼ਿਲ੍ਹੇ ਸੀਗੇ ਖਾਸ ਤੌਰ ਜਿਵੇਂ ਫਤਿਹਗੜ੍ਹ ਸਾਹਿਬ ਹੈ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਸ਼੍ਰੀ ਅਨੰਦਪੁਰ ਸਾਹਿਬ, ਗੁਰਦਾਸਪੁਰ, ਰੋਪੜ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸਮੱਸਿਆ ਆਈ ਸੀ। ਚਮਕੌਰ ਸਾਹਿਬ ਦੇ ਏਰੀਏ ਦੇ ਵਿੱਚ ਵੀ ਕਾਫੀ ਸਮੱਸਿਆ ਆਈ ਸੀ। ਇਸ ਤੋਂ ਬਾਅਦ ਇਹ ਹੌਲੀ ਹੌਲੀ ਹੋਰ ਏਰੀਆ ਦੇ ਵਿੱਚ ਵੀ ਇਹ ਸਮੱਸਿਆ ਆਈ ਅਤੇ ਪੰਜਾਬ ਦੇ ਨਾਲ ਲੱਗਦੇ ਹੋਰ ਰਾਜਾਂ ਦੇ ਵਿੱਚ ਵੀ, ਇਕੱਲੇ ਪੰਜਾਬ 'ਚ ਨਹੀਂ, ਹੋਰ ਵੀ ਜਿੱਥੇ ਕਿਤੇ ਚੌਲ ਲੱਗਦੇ ਆ ਪੰਜਾਬ ਦੇ ਨਾਲ ਲੱਗਦੇ ਰਾਜਾਂ 'ਚ ਵੀ ਇਹ ਜਿਹੜੀ ਮਧਰੇ ਰਹਿਣ ਦੀ ਸਮੱਸਿਆ ਬੂਟਿਆਂ ਦੀ ਆਈ ਹੈ। ਬੂਟੇ ਜਿਹੜੇ ਆਮ ਬੂਟਿਆਂ ਨਾਲੋਂ ਅੱਧੀ ਉਚਾਈ 'ਤੇ ਜਾਂ ਉਹਨਾਂ ਦਾ ਕੱਦ ਤੀਜਾ ਹਿੱਸਾ ਰਹਿ ਗਿਆ, ਜੜ੍ਹਾਂ ਦੀ ਡਿਵੈਲਪਮੈਂਟ ਨਹੀਂ ਹੋਈ। ਕਈ ਥਾਵਾਂ 'ਤੇ ਬੂਟੇ ਮੁਰਝਾ ਗਏ, ਸੁੱਕ ਗਏ ਅਤੇ ਉਹਨਾਂ ਦਾ ਵਾਧਾ ਜਿਹੜਾ ਹੈਗਾ ਤੁਰਿਆ ਨਹੀਂ। ਕਈ ਥਾਵਾਂ 'ਤੇ ਜਿੱਥੇ ਕੋਈ ਨਿਊਟ੍ਰੀਸ਼ਨ ਦੀ ਜਾਂ ਹੋਰ ਘਾਟ ਸੀਗੀ ਉਹ ਦੋਗੀਆਂ ਦੇ ਵਿੱਚ ਆਉਂਦੀ ਹੈ, ਪਰ ਇਹ ਜਿਹੜਾ ਇਕੱਲਾ ਬੂਟਾ ਖੜ੍ਹੇ ਰਹਿਣ ਦੀ ਸਮੱਸਿਆ ਸੀਗੀ। ਸੋ ਇਹਦੇ ਵਿੱਚ ਕੋਈ ਖੁਰਾਕੀ ਤੱਤਾਂ ਦੀ ਘਾਟ ਜਾਂ ਮੌਸਮ ਦੀ ਸਥਿਤੀ ਜਾਂ ਪੌਦਿਆਂ ਦੇ ਮਧਰੇਪਣ ਬਾਰੇ ਹੋਰ ਜਿਹੜੀਆਂ ਵਾਇਰਸਾਂ ਨੇ ਉਹਦੇ ਸੰਬੰਧੀ ਪਹਿਲਾਂ ਇਹਨੂੰ ਜਿਹੜਾ ਹੈਗਾ ਆਪਾਂ ਨੂੰ ਲੱਗਦਾ ਸੀ ਜਾਂ ਇਹ ਕਿਆਸ ਸੀਗੇ ਕਿ ਇਹਦਾ ਸੰਬੰਧ ਹੋ ਸਕਦਾ, ਪਰ ਇਹ ਜਿਹੜੇ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਕੇ PAU ਲੁਧਿਆਣਾ ਵੱਲੋਂ ਜਿਹੜੇ ਸੈਂਪਲ ਲਏ ਗਏ ਬੂਟਿਆਂ ਦੇ, ਮਿੱਟੀ ਦੇ, ਕਿ ਇਹ ਤਕਰੀਬਨ ਸਾਰੀਆਂ ਕਿਸਮਾਂ ਦੇ ਵਿੱਚ ਹੀ ਇਹ ਸਮੱਸਿਆ ਆਈ ਹੈ। ਅਤੇ ਜਿਹੜੀ PAU ਲੁਧਿਆਣਾ ਵੱਲੋਂ ਟਰਾਇਲ ਲਗਾਏ ਜਾਂਦੇ ਹੈ ਮਿਤੀਆਂ ਦੇ ਹਿਸਾਬ ਨਾਲ, ਜਿਹੜੀ ਟਰਾਂਸਪਲਾਂਟਿੰਗ ਦੇ, ਜਿਹੜਾ ਝੋਨਾ 15 ਜਾਂ 25 ਜੂਨ ਨੂੰ 15 ਤੋਂ 25 ਜੂਨ ਨੂੰ ਆਪਾਂ ਲਵਾਈ ਕੀਤੀ ਹੈ, ਉਹਦੇ ਵਿੱਚ ਇਹ ਸਮੱਸਿਆ ਜ਼ਿਆਦਾ ਆਈ ਹੈ। ਜਿਹੜੀ ਉਸ ਤੋਂ ਬਾਅਦ ਕੀਤੀ ਗਈ ਆ ਉਹਦੇ ਵਿੱਚ ਇਹ ਸਮੱਸਿਆ ਨਹੀਂ ਆਈ। 5 ਤੋਂ 7% ਦੇ ਜਿਹੜੇ ਹੈਗੇ ਆ 5 ਤੋਂ 7% ਤੱਕ ਇਹ ਸਮੱਸਿਆ ਦੇਖਣ ਨੂੰ ਮਿਲੀ ਆ ਖੇਤਾਂ ਦੇ ਵਿੱਚ। ਅਤੇ ਜਿਹੜਾ ਅਗੇਤਾ ਝੋਨਾ ਜਿਹੜਾ ਆਪਾਂ ਕਹਿ ਲਈਏ 25 ਜੂਨ ਤੱਕ ਲੱਗਿਆ, ਉਹਦੇ ਵਿੱਚ ਸਮੱਸਿਆ ਆਈ ਹੈ। ਇਹਦਾ ਕਾਰਨ ਕੀ ਹੈ? ਜਿਹੜੇ ਪੌਦੇ ਸੀਗੇ ਉਹਨਾਂ ਦੇ ਨਮੂਨੇ ਇਕੱਠੇ ਕਰਕੇ 9 ਵਾਇਰਸਾਂ ਅਤੇ 1 ਫਾਈਟੋਪਲਾਜ਼ਮਾ ਸਮੇਤ ਜਿਹੜੇ ਚੌਲਾਂ ਦੇ ਵੱਖ-ਵੱਖ ਰੋਗਾਣੂਆਂ ਦਾ ਪਤਾ ਲਗਾਉਣ ਲਈ ਇਹਦਾ ਵਿਸ਼ਲੇਸ਼ਣ ਕੀਤਾ ਗਿਆ। ਪ੍ਰਯੋਗਸ਼ਾਲਾ ਦਾ ਵਿਸ਼ਲੇਸ਼ਣ ਸੀਗਾ ਜਿਹੜਾ PCR ਆਧਾਰਿਤ ਅਣੂ ਮਾਰਕਰਾਂ ਦੀ ਵਰਤੋਂ ਕੀਤੀ ਉਹ ਕੀਤਾ ਗਿਆ, ਜੋ ਕਿ 9 ਚਾਵਲਾਂ ਦੇ ਵਾਇਰਸਾਂ ਅਤੇ 1 ਫਾਈਟੋਪਲਾਜ਼ਮਾ ਲਈ ਵਿਸ਼ੇਸ਼ ਸੀਗੇ, ਜੋ ਵਿਸ਼ਵ ਭਰ 'ਚ ਚੌਲਾਂ ਦੀ ਫਸਲ ਨੂੰ ਜਿਹੜਾ ਪ੍ਰਭਾਵਿਤ ਕਰਦੇ ਆ। ਇਹਨਾਂ ਮਾਰਕਰਾਂ ਦੇ ਵਿਸ਼ਲੇਸ਼ਣ ਅਤੇ ਨਮੂਨਿਆਂ 'ਚ ਜਿਹੜੀ ਸਦਰਨ ਰਾਈਸ ਬਲੈਕ ਸਟੀਕ ਡਵਾਰਫ ਵਾਇਰਸ, ਜਿਹੜੀ ਦੱਖਣੀ ਚੌਲ ਬਲੈਕ ਸਟੀਕ ਡਵਾਰਫ ਵਾਇਰਸ ਜਿਹਨੂੰ ਆਪਾਂ ਕਹਿ ਦਈਏ, ਉਹਦਾ ਖੁਲਾਸਾ ਹੋਇਆ। ਹੋਰ ਕਿਸੇ ਕਿਸਮ ਦੀ ਜਿਹੜੀ ਬੂਟੇ ਦੇ ਮਧਰੇਪਣ ਦੀ ਸਮੱਸਿਆ ਕਰਨ ਵਾਲੀਆਂ ਵਾਇਰਸਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਸਿਰਫ ਜਿਹੜੀ ਸਦਰਨ ਰਾਈਸ ਬਲੈਕ ਸਟੀਕ ਡਵਾਰਫ ਵਾਇਰਸ ਹੈ ਜਿਹੜੀ ਉਹਦੀ ਸਮੱਸਿਆ ਸਾਹਮਣੇ ਆਈ ਹੈ। ਹੋਰ ਜਿਹੜੀ ਪੁਸ਼ਟੀ ਕਰਨ ਲਈ ਜਿਹੜੇ ਨਮੂਨਿਆਂ ਤੋਂ ਅਣੂ ਮਾਰਕਰ ਐਂਪਲੀਫਾਈਡ DNA ਦੇ ਟੁਕੜਿਆਂ ਨੂੰ ਕ੍ਰਮਬੱਧ ਕੀਤਾ ਗਿਆ। ਔਨਲਾਈਨ ਜੀਨੋਮਿਕ ਡੇਟਾਬੇਸ ਦੀ ਵਰਤੋਂ ਕਰਕੇ ਜਿਹੜੀ ਵਿਸ਼ਲੇਸ਼ਣ ਕੀਤੇ ਗਏ ਕਰਮ ਡੇਟਾ ਨੇ ਪਹਿਲਾਂ ਹੀ ਪ੍ਰਕਾਸ਼ਿਤ ਕਰਮਾਂ ਵਿੱਚ 99% ਤੋਂ ਵੱਧ ਸਮਾਨਤਾ ਦਿਖਾਈ ਹੈ, ਜਦੋਂ ਕਿ ਕਿਸੇ ਵੀ ਹੋਰ ਵਾਇਰਸ ਨਾਲ ਕੋਈ ਇਹਦੀ ਸਮਾਨਤਾ ਨਹੀਂ ਦੇਖੀ ਗਈ। ਅਤੇ ਇਹ ਜਿਹੜਾ ਡਾਟਾ ਹੈ ਕਰਮ ਡਾਟਾ, ਇਹਨੂੰ ਨੈਸ਼ਨਲ ਸੈਂਟਰ ਫਾਰ ਬਾਇਓਟੈਕਨੋਲੋਜੀ ਇਨਫੋਰਮੇਸ਼ਨ ਇੱਕ ਇੰਟਰਨੈਸ਼ਨਲ ਜਿਹੜੀ ਜੀਨੋਮਿਕ ਡੇਟਾਬੇਸ ਆ ਉਹਦੇ ਵਿੱਚ ਵੀ ਜਮ੍ਹਾਂ ਕੀਤਾ ਗਿਆ।
ਪਹਿਲੀ ਇਹ ਵਾਇਰਸ ਬਿਮਾਰੀ ਹੈ ਜਿਹੜੀ ਦੇਖਣ ਨੂੰ ਆਈ ਹੈ, ਜੋ ਕਿ ਪਹਿਲੀ ਵਾਰ 2001 'ਚ ਦੱਖਣੀ ਚੀਨ ਤੋਂ ਰਿਪੋਰਟ ਕੀਤੀ ਗਈ ਸੀ। ਸੋ ਦੱਖਣੀ ਚੀਨ ਤੋਂ ਰਿਪੋਰਟ ਕੀਤੀ ਜਾਣ ਕਰਕੇ ਹੀ ਇਹਦਾ ਜਿਹੜਾ ਨਾਂ ਉਹ ਸਦਰਨ ਪੈਡੀ ਬਲੈਕ ਸਟ੍ਰੀਕਡ ਡਵਾਰਫ ਵਾਇਰਸ ਇਹਦਾ ਨਾਂ ਪੈ ਗਿਆ। ਅਤੇ ਇਹ ਜਿਹੜੀ ਵਾਇਰਸ ਹੈ, ਕਿਉਂਕਿ ਵਾਇਰਸ ਆਪਦੇ ਆਪ ਨਹੀਂ ਫੈਲਦੀ ਹੁੰਦੀ, ਉਹਦਾ ਕੋਈ ਵੈਕਟਰ ਹੁੰਦਾ ਜਿਹੜਾ ਕਿ ਉਹਨੂੰ ਫੈਲਾਉਂਦਾ। ਇਹ ਜਿਹੜਾ ਵਾਇਰਸ ਹੈ ਚਿੱਟੀ ਪਿੱਠ ਵਾਲਾ ਟਿੱਡਾ, ਜਿਹੜਾ ਵਾਈਟ ਬਰੈਕਟ ਪਲਾਂਟ ਹੋਪਰ, ਜਿਹਨੂੰ ਚਿੱਟਾ ਤੇਲਾ ਤੁਸੀਂ ਕਹਿ ਦਿੰਦੇ ਆ, ਉਹਦੇ ਬੱਚੇ ਜ਼ਿਆਦਾ ਫੈਲਾਉਂਦੇ ਆ ਇਹਨੂੰ ਬਾਲਗਾਂ ਦੇ ਮੁਕਾਬਲੇ। ਛੋਟੇ ਛੋਟੇ ਕੁਝ ਕੁ ਦਿਨਾਂ ਦੇ ਬੱਚੇ ਜਿਹੜੇ ਉਹ ਇਹਨੂੰ ਰੋਗ ਨੂੰ ਫੈਲਾ ਸਕਦੇ ਆ। ਅਤੇ ਫਿਰ ਜਿਹੜਾ ਲੰਬੀ ਦੂਰੀ ਵਾਸਤੇ ਤੇਜ਼ ਹਵਾਵਾਂ ਨਾਲ, ਹਨੇਰੀਆਂ ਨਾਲ ਇਹ ਦੂਰ ਦੂਰ ਤੱਕ ਇਹ ਪਹੁੰਚ ਸਕਦੇ ਆ ਅਤੇ ਉਹਦੇ ਨਾਲ ਇਹ ਵਾਇਰਸ ਫੈਲਦੀ ਹੈ। ਇਹਦੇ ਵਿੱਚ ਆਪਾਂ, ਕਿਉਂਕਿ ਵਾਇਰਸ ਦਾ ਸਿੱਧਾ ਇਲਾਜ ਨਹੀਂ ਆਪਾਂ ਕਰ ਸਕਦੇ, ਇਹਦੇ ਆਪਾਂ ਜਿਹੜੀ ਵੈਕਟਰ ਹੈ ਉਹਦਾ ਆਪਾਂ ਇਲਾਜ ਕਰ ਸਕਦੇ ਹਾਂ, ਅਤੇ ਉਹਨੂੰ ਨਿਯੰਤਰਣ ਕਰਕੇ ਹੀ ਫਿਰ ਆਪਾਂ ਵਾਇਰਸ ਨੂੰ ਰੋਕ ਸਕਦੇ ਹਾਂ। ਇਹਦੇ ਵਿੱਚ ਇਹੀ ਆਪਣੇ ਕੋਲ ਤਰੀਕਾ ਕਿ ਜਿਹੜਾ ਚਿੱਟੀ ਪਿੱਠ ਵਾਲਾ ਟਿੱਡਾ, ਉਹਦੀ ਆਪਾਂ ਖੇਤ ਦੇ ਵਿੱਚ ਮੌਜੂਦਗੀ ਵਾਸਤੇ ਲਗਾਤਾਰ ਨਿਰੀਖਣ ਕਰਦੇ ਰਹੀਏ। ਡੇਲੀ ਆਪਾਂ ਨਿਰੀਖਣ ਕਰਨਾ ਹੈ। ਬੂਟਿਆਂ ਨੂੰ ਟੇਢੇ ਕਰਕੇ ਝਾੜ ਕੇ ਦੇਖੋ, ਜੇ ਤੁਹਾਨੂੰ ਪਾਣੀ ਦੇ ਵਿੱਚ ਜਿਹੜੇ ਹੈਗੇ ਆ 4-5 ਤੱਕ ਵਾਈਟ ਬੈਕਡ ਪਲਾਂਟ ਹੋਪਰ ਚਿੱਟੀ ਪਿੱਠ ਵਾਲੇ ਟਿੱਡੇ ਦੇ ਬੱਚੇ ਬਾਲਗ ਨਜ਼ਰ ਆਉਂਦੇ ਆ, ਤਾਂ ਫਿਰ ਉਹਦੇ ਵਾਸਤੇ ਆਪਾਂ ਕੀਟਨਾਸ਼ਕ ਦੀ ਸਪਰੇਅ ਕਰਨੀ, ਜਿਹੜੇ ਕਿ ਸਿਫਾਰਸ਼ ਕੀਟਨਾਸ਼ਕ ਹੈ, ਜਿਨ੍ਹਾਂ ਦੇ ਵਿੱਚ ਤੁਸੀਂ 94 ਮਿਲੀਲੀਟਰ ਪੈਕਸਾਲੋਨ 10 SC, ਜਿਹੜੀ ਟਰਾਈਫਲੂਮੀਜ਼ੋਪਾਇਰਮ ਟੈਕਨੀਕਲ ਹੈ, ਟਰਾਈਫਲੂਮੀਜ਼ੋਪਾਇਰਮ ਟੈਕਨੀਕਲ ਹੈ, ਪੈਕਸਾਲੋਨ ਬ੍ਰਾਂਡ ਨੇਮ ਹੈ, 94 ਮਿਲੀਲੀਟਰ ਪ੍ਰਤੀ ਏਕੜ ਉਹ ਕਰ ਸਕਦੇ, ਜਾਂ 80 ਗ੍ਰਾਮ ਓਸ਼ੀਨ ਜਾਂ ਟੋਕਨ 20 SG ਡਾਈਨੋਟੇਫਰੋਨ ਟੈਕਨੀਕਲ ਹੈ, ਜਾਂ ਫਿਰ 120 ਗ੍ਰਾਮ ਚੈਸ 50 WG ਪਾਈਮੈਟਰੋਜ਼ਿਨ। ਇਹਨਾਂ 'ਚੋਂ ਆਪਾਂ ਕਿਸੇ ਵੀ ਕੀਟਨਾਸ਼ਕ ਦੀ ਸਪਰੇਅ ਕਰਕੇ ਇਸ ਵਾਇਰਸ ਨੂੰ ਵਧਣ ਤੋਂ ਰੋਕ ਸਕਦੇ ਹਾਂ। ਅਤੇ ਭਵਿੱਖ ਦੇ ਵਿੱਚ ਜਿਹੜੀ PIU ਲੁਧਿਆਣਾ ਵੱਲੋਂ ਇਸ ਸਲਾਹ ਦਿੱਤੀ ਗਈ ਹੈ ਕਿ ਝੋਨੇ ਦੀਆਂ ਲਵਾਈ ਦੀਆਂ ਤਰੀਕਾਂ ਜਿਹੜੀਆਂ PIU ਲੁਧਿਆਣਾ ਵੱਲੋਂ ਦੱਸੀਆਂ ਜਾਂਦੀਆਂ, ਅਗੇਤੀ ਬਹੁਤੀ ਨਾ ਕਰੋ ਅਤੇ ਸਹੀ ਸਮੇਂ 'ਤੇ ਕਰੋ, ਤਾਂ ਜੋ ਇਹ ਵਾਇਰਸ ਨਾ ਫੈਲੇ। ਕਿਉਂਕਿ ਇਹ ਜਿਹੜਾ ਜ਼ਿਆਦਾ ਅਗੇਤਾ ਝੋਨਾ ਲੱਗਿਆ ਸੀਗਾ, ਉਹਦੇ ਵਿੱਚ ਸਮੱਸਿਆ ਆਈ ਹੈ। ਜਿੱਥੇ ਕਿਤੇ ਹੁਣ ਤੁਹਾਨੂੰ ਚਿੱਟੀ ਪਿੱਠ ਵਾਲੇ ਟਿੱਡੇ ਬੂਟੇ ਨੂੰ ਟੇਢਾ ਕਰਕੇ ਝਾੜੋ ਜੇ ਨਜ਼ਰ ਆਉਂਦੇ, ਤਾਂ ਫਿਰ ਤੁਸੀਂ ਪੈਕਸਾਲੋਨ 94 ਮਿਲੀਲੀਟਰ ਜਾਂ 80 ਗ੍ਰਾਮ ਓਸ਼ੀਨ ਜਾਂ ਟੋਕਨ ਡਾਈਨੋਟੀਫਰੋਨ ਟੈਕਨੀਕਲ ਹੈ, ਜਾਂ ਫਿਰ 120 ਗ੍ਰਾਮ ਚੈਸ 50 WG ਪਾਈਮੈਟਰੋਜ਼ਿਨ, ਇਹਨਾਂ ਦੀ ਸਪਰੇਅ ਕਰ ਸਕਦੇ ਹਾਂ। ਸਪਰੇਅ ਆਪਾਂ ਵਧੀਆ ਨਤੀਜੇ ਲੈਣ ਵਾਸਤੇ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸੀਦਾ, ਹੱਥ ਵਾਲੇ ਪੰਪ ਨਾਲ ਜਾਂ ਬੈਟਰੀ ਵਾਲੇ ਪੰਪ ਨਾਲ ਬੂਟਿਆਂ ਦੇ ਮੁੱਢਾਂ ਵੱਲ ਨੂੰ ਸਪਰੇਅ ਕਰਨੀ ਆ, ਤਾਂ ਕਿ ਵਧੀਆ ਮੁੱਢਾਂ ਤੱਕ ਜਿਹੜੀ ਦਵਾਈ ਪਹੁੰਚ ਜਾਵੇ ਅਤੇ ਉਹਦੀ ਆਪਾਂ ਰੋਕਥਾਮ ਸਹੀ ਤਰੀਕੇ ਕਰ ਸਕੀਏ। ਗੈਰ ਸਿਫਾਰਸ਼ੀ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ, ਇਹ ਤੁਹਾਨੂੰ ਵਾਰ-ਵਾਰ ਕਹੀਦਾ, ਕਿਉਂਕਿ ਜੇ ਸਿਫਾਰਸ਼ਾਂ ਅਨੁਸਾਰ ਆਪਾਂ PIU ਲੁਧਿਆਣਾ ਦੇ ਸਿਫਾਰਸ਼ਾਂ ਅਨੁਸਾਰ ਚੱਲਾਂਗੇ ਤਾਂ ਆਪਾਂ ਘੱਟ ਖਰਚੇ ਨਾਲ ਵਧੀਆ ਝਾੜ ਲੈ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿਸਾਨ ਦੋਸਤੋ।